ਹਾਲੇਲੂਇਆ ਥੈਂਕ ਯੂ ਜੀਸਸ ਗਲੋਰੀ ਟੂ ਗॉड ਪ੍ਰੇਜ਼ ਦ ਲਾਰਡ ਟੂ एवरीवन ਸਾਰਿਆਂ ਨੂੰ ਜੈ ਮਸੀਹ ਕੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਇਸ ਸੁੰਦਰ ਦਿਨ ਦੇ ਲਈ ਜੋ ਉਹਨੇ ਬਹੁਤ ਸੁੰਦਰ ਦਿਨ ਸਾਡੀ ਜ਼ਿੰਦਗੀ ਵਿੱਚ ਦਿੱਤਾ ਹੈ। ਇਹ ਨਵਾਂ ਸਾਲ 2021 ਸਾਡੀ ਜ਼ਿੰਦਗੀ ਵਿੱਚ ਆਇਆ। ਫਸਟ ਮੰਥ ਜਨਵਰੀ ਪਰਮੇਸ਼ਵਰ ਸਾਨੂੰ ਸੰਭਾਲ ਕੇ ਅੱਜ ਤੱਕ ਰੱਖਿਆ। 10 ਦਿਨ 12 ਦਿਨ ਹੋ ਚੁੱਕੇ ਆ ਕਿ ਪਰਮੇਸ਼ਵਰ ਨੇ ਇਹ ਨਵੇਂ ਸਾਲ ਦੇ 12 ਦਿਨ ਖਤਮ ਹੋ ਚੁੱਕੇ ਲੇਕਿਨ ਫਿਰ ਵੀ ਸਾਨੂੰ ਜਿੰਦਾ ਇਸ ਧਰਤੀ ਤੇ ਰੱਖਿਆ। ਮੈਂ ਉਹਦੇ ਲਈ ਉਸਦਾ ਲੱਖਾਂ ਵਾਰ ਧੰਨਵਾਦ ਕਰਦੀ ਹਾਂ ਬਿਕੋਜ਼ ਹੀ ਇਜ਼ ਅ ਸੋ ਫੇਥਫੁਲ, ਹੀ ਇਜ਼ ਅ ਸੋ ਗੁੱਡ ਗੋਡ। ਉਹਦੇ ਵਰਗਾ ਕੋਈ ਵੀ ਨਹੀਂ ਹੈ। ਸੱਚਮੁੱਚ ਉਹ ਸੱਚਾ ਤੇ ਜ਼ਿੰਦਾ ਖੁਦਾ ਬਾਪ ਹੈ। ਨਾ ਉਮੀਦੀ ਵਿੱਚ ਉਮੀਦ ਪੈਦਾ ਕਰਦਾ, ਅਨਹੋਣੀ ਨੂੰ ਹੋਣੀ ਕਰਕੇ ਦਿਖਾਉਣ ਦੀ ਉਹ ਤਾਕਤ ਰੱਖਦਾ ਹੈ ਕਿਉਂਕਿ ਉਹ ਸਭ ਕੁਝ ਕਰ ਸਕਦਾ। ਉਹਦੇ ਹੱਥਾਂ ਦੇ ਵਿੱਚ ਸਭ ਕੁਝ ਹੈ। ਆਈਏ ਅਸੀਂ ਪ੍ਰਾਰਥਨਾ ਕਰਾਂਗੇ। ਵਚਨ ਨੂੰ ਸੁਣਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰਾਂਗੇ, ਆਪਣੇ ਮਨਾਂ ਨੂੰ ਖੋਲਾਂਗੇ। ਅਸੀਂ ਪ੍ਰਾਰਥਨਾ ਕਰਾਂਗੇ ਤਾਂ ਕਿ ਵਚਨ ਜੋ ਵੀ ਅਸੀਂ ਸੁਣੀਏ ਇਹ ਸਾਡੀ ਜ਼ਿੰਦਗੀ 'ਚ ਆਸ਼ੀਸ਼ ਤੇ ਬਰਕਤ ਲੈ ਕੇ ਆਉਣ। ਪਰਮੇਸ਼ਵਰ ਇਹਦੇ ਵਿੱਚ ਸਾਨੂੰ ਬਰਕਤ ਦੇਵੇ, ਤਸੱਲੀ ਦੇਵੇ, ਸ਼ਾਂਤੀ ਦੇਵੇ ਔਰ ਸਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਵੱਧਦੀ ਜਾਵੇ ਔਰ ਅਸੀਂ ਪਰਮੇਸ਼ਵਰ ਦੇ ਵਿੱਚ ਹੋਰ ਵਧੀਏ। ਹਾਲੇਲੂਇਆ। ਧੰਨਵਾਦ ਪਿਤਾ ਪਰਮੇਸ਼ਵਰ, ਤੇਰਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ, ਸੁੰਦਰ ਸਮੇਂ ਦੇ ਲਈ, ਸੁੰਦਰ ਵਚਨਾਂ ਦੇ ਲਈ, ਸੁੰਦਰ ਲੋਕਾਂ ਦੇ ਲਈ। ਪਿਤਾ ਜੀ ਖੁਦਾਵੰਦ ਖੁਦਾ ਮੈਂ ਪ੍ਰਾਰਥਨਾ ਕਰਦੀ ਹਾਂ ਲੋਕ ਜੋ ਦੇਖ ਰਹੇ ਨੇ ਪਿਤਾ ਜੀ ਇਹਨਾਂ ਦੇ ਹਿਰਦਿਆਂ ਨੂੰ ਖੋਲ ਦੇ ਪਿਤਾ, ਇਹਨਾਂ ਦੇ ਮਨਾਂ ਨੂੰ ਖੋਲ, ਦਿਮਾਗ ਨੂੰ ਖੋਲ, ਬੁੱਧੀ ਨੂੰ ਖੋਲ ਪ੍ਰਭੂ ਜੀ, ਤਾਂ ਕਿ ਇਹ ਵਚਨ ਜਦੋਂ ਇਹ ਸੁਣਨ ਪਿਤਾ ਪਰਮੇਸ਼ਰ ਇਹਨਾਂ ਦੀ ਜ਼ਿੰਦਗੀਆਂ 'ਚ ਕੰਮ ਕਰਨ। ਕੋਈ ਸ਼ੈਤਾਨ ਅੰਧਕਾਰ ਦੀ ਸ਼ਕਤੀ ਇਹਨਾਂ ਵਚਨਾਂ ਨੂੰ ਚੁਰਾ ਨਾ ਸਕੇ। ਇਹ 100 ਗੁਣਾ ਇਹਨਾਂ ਦੀ ਜ਼ਿੰਦਗੀ 'ਚ ਆਸ਼ੀਸ਼ ਤੇ ਬਰਕਤ ਲੈ ਕੇ ਆਉਣ ਪਿਤਾ। ਹੁਣ ਇਹਦੇ ਤੇਰੀ ਇੱਛਾ ਮਰਜ਼ੀ ਸਭ ਦੀ ਜ਼ਿੰਦਗੀ 'ਚ ਪੂਰੀ ਹੋਵੇ, ਤੇਰਾ ਨਾਮ ਉੱਚਾ ਹੋਵੇ। ਤੇਰਾ ਧੰਨਵਾਦ ਕਰਦੇ ਪਿਤਾ, ਤੂੰ ਬਚਾ ਕੇ ਰੱਖਣ ਵਾਲਾ ਪਰਮੇਸ਼ਵਰ ਹੈ। ਤੇਰਾ ਧੰਨਵਾਦ ਕਰਦੇ ਹਾਂ। ਬਾਕੀ ਦਾ ਸਮਾਂ ਤੇਰੇ ਹੱਥਾਂ ਵਿੱਚ ਸੌਂਪਦੇ ਨੇ। ਜੋ ਤੇਰੀ ਇੱਛਾ ਮਰਜ਼ੀ ਪੂਰੀ ਕਰੋ ਯਿਸੂ ਨਾਮ 'ਚ ਮੰਗਦੇ ਆਮੀਨ। ਆਈਏ ਅਸੀਂ ਵਚਨ ਦੇ ਵਿੱਚ ਦੇਖਾਂਗੇ ਯਹੂਨਾ ਦੀ ਇੰਜੀਲ, ਯਹੂਨਾ ਉਹਦਾ 20 ਬਾਬ ਉਹਦੀ 24 ਆਇਤ ਤੋਂ ਅਸੀਂ ਪੜਾਂਗੇ ਕਿ ਜਦੋਂ ਪ੍ਰਭੂ ਯੀਸ਼ੂ ਮਸੀਹ ਮਰ ਕੇ ਜੀ ਉੱਠੇ ਸੀਗੇ, ਉਹ ਆਪਣੇ ਚੇਲਿਆਂ ਦੇ ਉੱਪਰ ਪ੍ਰਗਟ ਹੋਏ। ਉਹਨਾਂ ਨੇ ਆਪਣੇ ਆਪ ਨੂੰ ਚੇਲਿਆਂ ਦੇ ਕੋਲ ਆ ਕੇ ਜ਼ਾਹਿਰ ਕੀਤਾ ਕਿ ਵੇਖੋ ਕਿ ਗੱਲਬਾਤ ਕੀਤੀ। ਲੇਕਿਨ ਉਹਨਾਂ ਦੇ ਵਿੱਚ ਇੱਕ ਚੇਲਾ ਨਹੀਂ ਸੀ, ਉਸਦਾ ਨਾਮ ਹੈ ਥੋਮਸ ਦੇ ਪਰਮੇਸ਼ਰ ਨੇ ਉਹਨੂੰ ਹਜੇ ਜ਼ਾਹਿਰ ਨਹੀਂ ਕੀਤਾ ਸੀ ਔਰ ਚੇਲਿਆਂ ਨੇ ਖੱਪ ਪਾਤੀ ਅਸੀਂ ਯੀਸ਼ੂ ਮਸੀਹ ਨੂੰ ਦੇਖਿਆ, ਉਹ ਮਰ ਕੇ ਜੀ ਉੱਠਿਆ ਏਦਾਂ ਓਦਾਂ। ਲੇਕਿਨ ਜਿਹੜਾ ਇਹ ਸ਼ੱਕੀ ਚੇਲਾ ਸੀਗਾ ਇਹ ਕਹਿੰਦਾ ਜਦ ਤੱਕ ਮੈਂ ਉਹਦੇ ਹੱਥਾਂ ਦੇ ਵਿੱਚ ਜਿੱਥੇ ਕਿੱਲ ਠੋਕੇ ਆ ਨਾ, ਯੀਸ਼ੂ ਮਸੀਹ ਦੇ ਜਿੱਥੇ ਹੱਥਾਂ ਦੇ ਵਿੱਚ ਕਿੱਲ ਠੋਕੇ ਹੈ ਉੱਥੇ ਮੈਂ ਆਪਣੀ ਉਹਨਾਂ ਦੀ ਹਥੇਲੀ ਦੇ ਵਿੱਚ ਜਦ ਤੱਕ ਮੈਂ ਇੱਥੇ ਆਪਣੀ ਉਂਗਲੀ ਪਾ ਕੇ ਨਹੀਂ ਦੇਖ ਲੈਂਦਾ ਮੈਂ ਯਕੀਨ ਨਹੀਂ ਕਰਾਂਗਾ ਕਿ ਉਹ ਮਰ ਕੇ ਜੀ ਉੱਠਿਆ, ਬਿਕੋਜ਼ ਉਹ ਸ਼ੱਕੀ ਚੇਲਾ ਸੀਗਾ। ਅਸੀਂ ਪੜਾਂਗੇ ਯਹੂਨਾ ਦੀ ਇੰਜੀਲ ਉਹਦਾ 20 ਬਾਬ ਇੱਥੇ ਲਿਖਿਆ 20 ਐਤ ਨੂੰ जब ਅਸੀਂ पढ़ेंगे की लिखा है। और यह कहकर उसने अपना हाथ और अपना पंजर उनको दिखाए। तब चेले प्रभु को देखकर आनंदित हुए। यीशु ने फिर उनसे कहा तुम्हें शांति मिले, जैसे पिता ने मुझे भेजा है वैसे ही मैं तुम्हें भेजता हूँ। 24 आयत तो पढ़ेंगे इसी के लिखा है परंतु 12 में से एक अर्थात थोमा जो दिदुमुस कहलाता है जब यीशु आया तो उनके साथ ना था। ਇਹ ਜਿਹੜਾ ਥੋਮਾ ਸੀਗਾ ਇਹ ਚੇਲਿਆਂ ਦੇ ਨਾਲ ਨਹੀਂ ਸੀਗਾ। ਜਦੋਂ ਯੀਸ਼ੂ ਮਸੀਹ ਮਰ ਕੇ ਪ੍ਰਗਟ ਹੋਏ ਆਪਣੇ ਚੇਲਿਆਂ ਦੇ ਉੱਪਰ, ਉਦੋਂ ਇਹ ਥੋਮਾ ਉਹਨਾਂ ਚੇਲਿਆਂ ਨਾਲ ਨਹੀਂ ਸੀ, ਇਸ ਕਰਕੇ ਇਹਨੂੰ ਪਤਾ ਨਹੀਂ ਨਾ ਇਹਨੇ ਦੇਖਿਆ। ਇਹਨੇ ਕਿਹਾ जब अन्य चेले उससे कहने लगे हमने प्रभु को देखा है, तब उसने उनसे कहा जब तक मैं उसके हाथों में कीलों के छेद न देख लूं और कीलों के छेदों में अपनी उंगली न डालूं और उसके पंजर में अपना हाथ न डालूं तब तक मैं विश्वास नहीं करूंगा। देखो ये चेला जड़ा ਪਰਮੇਸ਼ਵਰ ਜਦੋਂ ਇਸ ਪ੍ਰਿਥਵੀ 'ਚ ਸੀਗੇ ਸੇਵਕਾਈਆਂ ਨੂੰ ਕੀਤੀਆਂ, ਪਰਮੇਸ਼ਵਰ ਨੇ ਬਹੁਤ ਚਮਤਕਾਰ ਕੀਤੇ, ਬਹੁਤ ਉਪਦੇਸ਼ ਦਿੱਤਾ, ਪਹਾੜੀ ਉਪਦੇਸ਼ ਦਿੱਤਾ, ਲੋਕਾਂ ਨੂੰ ਸਿਖਾਇਆ। ਇਹ ਚੇਲੇ ਵੀ ਨਾਲ ਸੀਗੇ ਔਰ ਜਦੋਂ ਚੇਲਿਆਂ ਦੇ ਵਿੱਚੋਂ ਇਹ ਨਾਲ ਨਹੀਂ ਸੀਗਾ ਜਦੋਂ ਯੀਸ਼ੂ ਮਸੀਹ ਪ੍ਰਗਟ ਹੋਏ ਤੇ ਇਹਨੇ ਵਿਸ਼ਵਾਸ ਨਹੀਂ ਕੀਤਾ ਕਿ ਪ੍ਰਭੂ ਮਰ ਕੇ ਜੀ ਉਠੇ। ਕਹਿੰਦਾ ਮੈਂ ਉਂਗਲੀ ਪਾ ਕੇ ਦੇਖਣੀ ਉੱਥੇ ਪਰਮੇਸ਼ਵਰ ਦੀ ਹਥੇਲੀਆਂ 'ਚ ਜਿੱਥੇ ਕਿੱਲ ਟੁੱਕੇ ਹੈ, ਮੈਂ ਉੱਥੇ ਜਿੱਥੇ ਨੇਜਾ ਵੱਜਾ ਸੀ ਮੈਂ ਉੱਥੇ ਵੀ ਹੱਥ ਪਾ ਕੇ ਦੇਖਣਾ ਉਸ ਪੰਜਰ 'ਚ, ਤਾਂ ਕਿ ਮੈਨੂੰ ਪਤਾ ਲੱਗ ਜੇ ਕਿ ਸੱਚਮੁੱਚ ਯੀਸ਼ੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਹੈ। ਹਾਲੇਲੂਇਆ, ਗਲੋਰੀ ਟੂ ਗॉड।
आगे देखिए 26 ऐच लिखा 8 दिन के बाद उसके चेले फिर घर के भीतर थे और थोमा उनके साथ था और द्वार बंद थे। तब यीशु आया और उनके बीच में खड़े होकर कहा, तुम्हें शांति मिले। तब उसने थोमा से कहा, अपनी उंगली यहाँ लाकर मेरे हाथों को देख और अपना हाथ लाकर मेरे पंजर में डाल और अविश्वासी नहीं परंतु विश्वासी हो। यह सुन थोमा ने उत्तर दिया, हे मेरे प्रभु, हे मेरे परमेश्वर। यीशु ने उससे कहा, तुमने मुझे देखा है, क्या इसलिए विश्वास किया है? धन्य है वह जिन्होंने बिना देखे विश्वास किया। हालेलुया। ਤੁਸੀਂ ਔਰ ਮੈਂ ਅਸੀਂ ਪਰਮੇਸ਼ਰ ਨੂੰ ਦੇਖਿਆ ਨਹੀਂ ਪਰ ਵਿਸ਼ਵਾਸ ਕਰਦੇ ਹਾਂ ਕਿ ਹੀ ਇਜ਼ ਅ ਲਿਵਿੰਗ ਗੋਡ, ਉਹ ਜਿੰਦਾ ਪਰਮੇਸ਼ਰ ਹੈ। ਤਾਂ ਅਸੀਂ ਧੰਨ ਆ, ਯੂ ਐਂਡ ਮੀ ਜੋ ਸੁਣ ਰਹੇ ਨੇ, ਤੁਸੀਂ ਤੇ ਮੈਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ। ਜੋ ਵਿਸ਼ਵਾਸ ਕਰ ਰਹੇ, ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ, ਜੋ ਵਿਸ਼ਵਾਸ ਕਰਦੇ ਨੇ ਕਿ ਯੀਸ਼ੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠ ਕੇ ਸਭ ਨੂੰ ਚੇਲਿਆਂ ਨੂੰ ਪ੍ਰਗਟ ਕੀਤਾ ਔਰ ਅੱਜ ਵੀ ਉਹ ਜਿੰਦਾ ਪਰਮੇਸ਼ਵਰ ਹੈ। ਤਾਂ ਯੂ ਐਂਡ ਮੀ ਵੀ ਆਰ ਅ ਬਲੈਸਡ ਪਰਸਨ। ਅਸੀਂ ਧੰਨ ਲੋਕ ਹਾਂ, ਅਸੀਂ ਬਲੈਸਡ ਲੋਕ ਹਾਂ ਕਿਉਂਕਿ ਅਸੀਂ ਯੀਸ਼ੂ ਮਸੀਹ ਨੂੰ ਬਿਨ ਦੇਖੇ ਵਿਸ਼ਵਾਸ ਕਰ ਲਿਆ ਕਿ ਇਹਨੂੰ ਤੇ ਪਰਮੇਸ਼ਰ ਨੇ ਪ੍ਰਗਟ ਕੀਤਾ ਕਿ ਆ ਥੋਮਾ, ਐਲਾ ਮੇਰਾ ਹੱਥ, ਐਲਾ ਮੇਰੀ ਹਥੇਲੀ, ਇਹਦੇ ਵਿੱਚ ਉਂਗਲੀ ਪਾ, ਛੇਦ ਦੇ ਵਿੱਚ ਉਂਗਲੀ ਪਾ, ਦੇਖ ਔਰ ਅਵਿਸ਼ਵਾਸੀ ਨਹੀਂ ਵਿਸ਼ਵਾਸੀ ਬਣ। ਅੱਜ ਪਰਮੇਸ਼ਰ ਤੁਹਾਨੂੰ ਕਹਿੰਦਾ ਸ਼ੱਕ ਨਾ ਕਰੋ, ਸ਼ੱਕ ਨਾ ਕਰੋ। ਸ਼ੱਕ ਤੇ ਜਿਹੜਾ ਮੀਆਂ ਬੀਬੀ 'ਚ ਸ਼ੱਕ ਹੁੰਦਾ, ਘਰਾਂ 'ਚ ਸ਼ੱਕ ਹੁੰਦਾ, ਉਹ ਘਰ ਖਰਾਬ ਕਰ ਦਿੰਦਾ। ਕਿਉਂ? ਜੇ ਤੁਸੀਂ ਪਰਮੇਸ਼ਰ ਤੇ ਸ਼ੱਕ ਕਰੋਗੇ ਉਹ ਤੁਹਾਨੂੰ ਪਰਮੇਸ਼ਰ ਦੇ ਰਿਲੇਸ਼ਨਸ਼ਿਪ 'ਚ ਏਦਾਂ ਵੱਖਰਾ ਕਰ ਦੇਗਾ ਤੁਹਾਨੂੰ, ਅਗਰ ਤੁਸੀਂ ਪਰਮੇਸ਼ਰ ਤੇ ਸ਼ੱਕ ਕਰੋਗੇ। ਪਰਮੇਸ਼ਰ ਕਹਿੰਦਾ ਅਵਿਸ਼ਵਾਸੀ ਨਹੀਂ ਵਿਸ਼ਵਾਸੀ ਬਣੋ, ਬਲੀਵਰ ਬਣੋ। ਕਿਉਂ ਅਵਿਸ਼ਵਾਸੀਆਂ ਦੇ ਨਾਲ ਰਲ ਕੇ ਪਰਮੇਸ਼ਰ ਨੂੰ ਠੱਠਿਆਂ ਦੇ ਵਿੱਚ ਉਡਾ ਰਹੇ ਹੋ? ਪਰਮੇਸ਼ਰ ਸੱਚਮੁੱਚ ਜੀਵਿਤ ਹੋਇਆ। ਲੋਕ ਬੜੇ ਹੈਰਾਨ ਹੁੰਦੇ ਜਦੋਂ ਡਿਫਰੈਂਸ ਦੱਸੀਏ ਲੋਕਾਂ ਨੂੰ ਕਿ ਸਾਡਾ ਪਰਮੇਸ਼ਵਰ ਕਿਸ ਤਰ੍ਹਾਂ ਦਾ ਪਰਮੇਸ਼ਵਰ ਹੈ, ਸਾਡਾ ਪਰਮੇਸ਼ਵਰ ਕੀ ਕਰ ਸਕਦਾ ਹੈ। ਸਾਡੇ ਪਰਮੇਸ਼ਵਰ ਨੇ ਇੱਕ ਕੁਆਰੀ ਤੋਂ ਜਨਮ ਲਿਆ ਹੈ, ਵਿਦਾਊਟ ਟਚਿੰਗ, ਵਿਦਾਊਟ ਐਨੀ ਰਿਲੇਸ਼ਨਸ਼ਿਪ, ਕਿਸੇ ਵੀ ਸੰਬੰਧ ਤੋਂ ਬਿਨਾਂ, ਇੱਕ ਦੂਜੇ ਦੇ ਕੋਲ ਆਏ ਤੋਂ ਬਿਨਾਂ ਪਰਮੇਸ਼ਰ ਨੇ ਪਵਿੱਤਰ ਆਤਮਾ ਦੇ ਦੁਆਰਾ ਉਸ ਮਰੀਅਮ ਦੇ ਰਾਹੀਂ ਇਸ ਪ੍ਰਿਥਵੀ ਤੇ ਆ ਕੇ ਜਨਮ ਲਿਆ ਔਰ ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕੀਤਾ ਤਾਂ ਕਿ ਉਹ ਜਦੋਂ ਕਰੂਸ ਤੇ ਚੜਾਏ ਜਾਣ, ਪਾਪਾਂ ਦੇ ਲੋਕਾਂ ਦੇ ਪਾਪ ਚੱਕ ਲੈਣ ਔਰ ਮਰ ਕੇ ਤੀਸਰੇ ਦਿਨ ਜਿੰਦਾ ਹੋ ਜਾਣ ਔਰ ਪਰਮੇਸ਼ਰ ਦੀ ਇੱਛਾ ਮਰਜ਼ੀ ਨੂੰ ਪੂਰੀ ਕਰ ਲੈਣ। ਇਹ ਪਰਮੇਸ਼ਰ ਦੀ ਪਲਾਨ ਸੀਗੀ, ਪਰਮੇਸ਼ਰ ਦੀ ਮਰਜ਼ੀ ਸੀਗੀ। ਔਰ ਲੋਕ ਕਹਿੰਦੇ ਕਿੱਦਾਂ ਹੋ ਸਕਦਾ, ਹਾਊ ਇਟਸ ਪੋਸੀਬਲ, ਇਹ ਕੀ ਸੰਭਵ ਆ ਕਿ ਕੋਈ ਕੁਵਾਰੀ ਬਿਨਾਂ ਪੁਰਸ਼ ਤੋਂ ਜਨਮ ਦੇ ਲੇ? ਉਹਦੇ ਲਈ ਸਭ ਕੁਝ ਸੰਭਵ ਆ। ਹੀ ਕੈਨ ਡੂ, ਉਹ ਸਭ ਕੁਝ ਕਰ ਸਕਦਾ ਹੈ। ਕੀ ਸੰਭਵ ਆ ਕੋਈ ਮੁਰਦਿਆਂ ਦੇ ਵਿੱਚੋਂ ਜਿੰਦਾ ਹੋ ਜਾਏ, ਮਰ ਕੇ ਤੀਸਰੇ ਦਿਨ ਜਿੰਦਾ ਹੋ ਜਾਏ? ਪਰਮੇਸ਼ਰ ਕਰ ਸਕਦਾ ਹੈ। ਪਰਮੇਸ਼ਰ ਨੇ 4 ਦਿਨ ਦੇ ਲਾਜ਼ਰ ਨੂੰ ਜ਼ਿੰਦਾ ਕੀਤਾ। ਭੈਣਾਂ ਰੋਣ ਲੱਗ ਗਈਆਂ, ਮਾਰਥਾ ਤੇ ਮਰੀਅਮ ਆਈਆਂ ਯੀਸ਼ੂ ਮਸੀਹ ਜਦੋਂ ਉਸ ਨਗਰ ਚ ਆਏ, ਰੋਣ ਲੱਗ ਗਏ, ਕਹਿੰਦੇ ਪ੍ਰਭੂ ਜੇ ਤੂੰ ਇੱਥੇ ਹੁੰਦਾ ਨਾ ਤਾਂ ਮੇਰਾ ਭਰਾ ਕਦੇ ਨਾ ਮਰਦਾ। ਉਹ ਏਦਾਂ ਕਹਿੰਦੀਆਂ ਕਿ ਪ੍ਰਭੂ ਜੇ ਤੂੰ ਇੱਥੇ ਹੁੰਦਾ ਇਸ ਨਗਰ 'ਚ, ਜੇ ਤੂੰ ਦੇਖਦਾ ਕਿ ਕਿਉਂਕਿ ਪਰਮੇਸ਼ਰ ਉਸ ਫੈਮਿਲੀ ਨੂੰ ਬਹੁਤ ਪਿਆਰ ਕਰਦੇ ਸੀ। ਔਰ ਪਰਮੇਸ਼ਰ ਨੇ ਆਵਾਜ਼ ਮਾਰੀ, ਲਾਜ਼ਰ ਬਾਹਰ ਆ। ਪੱਥਰ ਸਾਈਡ ਤੇ, ਕਬਰ ਚੋਂ ਲਾਜ਼ਰ ਉੱਠ ਕੇ ਬਾਹਰ ਆ ਗਿਆ। ਕਰ ਸਕਦਾ ਕੋਈ? ਪਰਮੇਸ਼ਰ ਨੇ ਕੀਤਾ, ਯੀਸ਼ੂ ਮਸੀਹ ਨੇ ਕੀਤਾ, ਬਿਕੋਜ਼ ਹੀ ਇਜ਼ ਅ ਲਿਵਿੰਗ ਗੋਡ। ਅਗਰ ਉਹ ਆਪ ਜੀਵਤਾ ਪਰਮੇਸ਼ਰ ਹੈ ਤਾਂ ਹੀ ਮੁਰਦਿਆਂ ਨੂੰ ਜ਼ਿੰਦਾ ਕਰ ਰਿਹਾ ਹੈ। ਅਗਰ ਉਹ ਆਪ ਜ਼ਿੰਦਾ ਪਰਮੇਸ਼ਰ ਹੈ, ਸ਼ਕਤੀਸ਼ਾਲੀ ਹੈ, ਸਾਮਰਥ ਹੈ, ਮੌਤ ਜੀਵਨ ਸਭ ਕੁਝ ਉਹਦੇ ਹੱਥਾਂ ਦੇ ਵਿੱਚ ਹੈ, ਤਾਂ ਹੀ ਉਹ ਤੁਹਾਡੀਆਂ ਮਰੀਆਂ ਹੋਈਆਂ ਚੀਜ਼ਾਂ ਨੂੰ, ਮਰੀਆਂ ਹੋਈਆਂ ਜ਼ਿੰਦਗੀਆਂ ਨੂੰ, ਮਰੇ ਹੋਏ ਫਾਈਨੈਂਸ ਨੂੰ, ਮਰੇ ਹੋਏ ਸਰੀਰ ਨੂੰ, ਮਰੇ ਹੋਏ ਕਾਰੋਬਾਰ ਨੂੰ ਜ਼ਿੰਦਾ ਕਰ ਸਕਦਾ ਹੈ। ਬਿਕੋਜ਼ ਹੀ ਕੈਨ ਡੂ। ਇੱਥੇ ਥੋਮਾ ਵੱਲ ਦੇਖੋ, ਇਹ ਵੀ ਚੇਲਿਆਂ 'ਚ ਇੱਕ ਚੇਲਾ ਸੀ, 12 ਚੇਲਿਆਂ 'ਚ ਇੱਕ ਚੇਲਾ ਸੀ। ਅੱਜ ਲੋਕ, ਬੜੇ ਲੋਕ ਏਦਾਂ ਦੇ ਆ, ਵਿਸ਼ਵਾਸ ਨਹੀਂ ਕਰਦੇ, ਇਹ ਹੋ ਹੀ ਨਹੀਂ ਸਕਦਾ। ਬਹੁਤ ਲੋਕ ਐਸੇ ਵੀ ਹੈ ਕਿ ਵਿਸ਼ਵਾਸ ਕਰਦੇ ਆ, ਉਹਨਾਂ ਦੀ ਲਾਈਫ 'ਚ ਥੋੜੇ ਬਹੁਤੇ ਛੋਟੇ ਛੋਟੇ ਚਮਤਕਾਰ ਹੋਏ ਹੁੰਦੇ, ਮਾੜੀ ਮਾੜੀ ਚੰਗਾਈਆਂ ਹੁੰਦੀਆਂ, ਮਾੜਾ ਮਾੜਾ ਕੁਛ ਵੀ ਹੋਇਆ ਹੁੰਦਾ ਉਹਨਾਂ ਦੀ ਜ਼ਿੰਦਗੀ 'ਚ, ਵਿਸ਼ਵਾਸ ਕਰ ਲੈਂਦੇ, ਹਾਂ ਸੱਚੀ ਮੈਂ ਇੱਥੇ ਜਾਣ ਲੱਗ ਗਈ, ਮੈਂ ਇੱਥੇ ਪ੍ਰਾਰਥਨਾ ਕਰਾਈ, ਮੇਰਾ ਇਹ ਹੋਇਆ, ਮੇਰਾ ਇਹ ਹੋਇਆ। ਬਟ
ਡੀਪ ਹਾਰਟ ਦੇ ਵਿੱਚ ਕਿਥੇ ਨਾ ਕਿਥੇ ਫਿਰ ਸ਼ੱਕ ਕਰਨ ਲੱਗ ਜਾਂਦੇ ਆ ਕਿ ਮੈਨੂੰ ਇਹ ਬਰਕਤ ਤੇ ਮਿਲ ਗਈ, ਕਿ ਮੈਨੂੰ ਉਹ ਬਰਕਤ ਮਿਲੂਗੀ ਜਿਹੜੀ ਮੈਂ ਇੰਨੇ ਸਾਲਾਂ ਤੋਂ ਮੰਗ ਰਹੀ, ਕਿ ਮੈਂ ਇੰਨੇ ਸਾਲਾਂ ਤੋਂ ਕਿਰਾਏ ਤੇ ਰਹਿਣੀ, ਮੈਨੂੰ ਆਪਣਾ ਘਰ ਮਿਲ ਜੂਗਾ, ਕਿ ਮੈਨੂੰ ਇੰਨੇ ਸਾਲ ਤੋਂ ਬੇਬੀ ਬਲੈਸਿੰਗ ਨਹੀਂ, ਬੇਬੀ ਬਲੈਸਿੰਗ ਮਿਲ ਜੂਗੀ। ਸ਼ੱਕ ਕਰਨ ਲੱਗ ਜਾਂਦੇ। ਕਈ ਲੋਕ ਤਾਂ ਬੈਕਵਰਡ ਹੋ ਜਾਂਦੇ ਆ। ਕਿਉਂ? ਉਹਨਾਂ ਦੀ ਪ੍ਰਾਰਥਨਾ ਜਦੋਂ ਸੁਣੀ ਨਹੀਂ ਨਾ ਜਾਂਦੀ, 1 ਈਅਰ 2 ਈਅਰ ਵੇਟ ਕਰ ਲੈਂਦੇ, ਫਿਰ ਬੈਕਵਰਡ ਚਲੇ ਜਾਂਦੇ ਆ, ਪਿੱਛੇ ਚਲੇ ਜਾਂਦੇ ਆ। ਸਾਨੂੰ ਤਾਂ ਕੁਛ ਮਿਲਿਆ ਨਹੀਂ, ਅਸੀਂ ਉੱਥੇ ਵੀ ਗਏ ਸੀ, ਸਾਨੂੰ ਕੁਛ ਮਿਲਿਆ ਨਹੀਂ। ਉਹ ਪੁਰਾਣੀ ਵੀਡੀਓ ਸੁਣੋ, ਕੱਲ ਦੀ ਵੀਡੀਓ ਸੁਣੋ। ਕੱਲ ਦੀ ਵੀਡੀਓ 'ਚ ਕੀ ਕਿਹਾ ਸੀ? Lord is looking into your heart। ਪਰਮੇਸ਼ਵਰ ਤੁਹਾਡੇ ਹਿਰਦਿਆਂ ਨੂੰ ਦੇਖ ਰਿਹਾ, ਤੁਹਾਡੇ ਉੱਪਰ ਮੂੰਹ ਨੂੰ, ਕਰੈਕਟਰ ਨੂੰ ਨਹੀਂ ਦੇਖਦਾ। ਪਰਮੇਸ਼ਵਰ ਤੁਹਾਡੇ ਮਨ ਨੂੰ ਜਾਂਚਦਾ, ਤੁਹਾਡੇ ਮਨ ਨੂੰ ਦੇਖ ਰਿਹਾ, ਤੁਹਾਡੇ ਅੰਦਰ ਕੀ ਚੱਲ ਰਿਹਾ। ਉਸੇ ਪ੍ਰਕਾਰ ਇਹ ਥੋਮੇ ਨੇ ਚੇਲਿਆਂ ਨੂੰ ਕਿਹਾ ਸੀ, ਕਹਿੰਦਾ ਮੈਂ ਜਦ ਤੱਕ ਉਸ ਨੂੰ ਦੇਖ ਨਹੀਂ ਲੈਂਦਾ ਮੈਂ ਵਿਸ਼ਵਾਸ ਨਹੀਂ ਕਰਦਾ। ਤਾਂ ਪਰਮੇਸ਼ਵਰ ਨੂੰ ਕਿੱਦਾਂ ਪਤਾ ਲੱਗ ਗਿਆ? ਚੇਲਿਆਂ ਨੇ ਥੋੜੀ ਜਾ ਕੇ ਦੱਸਿਆ ਕਿ ਥੋਮਾ ਤੁਹਾਨੂੰ ਏਦਾਂ ਕਹਿੰਦਾ ਪਿਆ। ਪਰਮੇਸ਼ਵਰ ਜਾਣੀ ਜਾਣ ਹੈ, ਉਹਨੂੰ ਸਭ ਪਤਾ। ਉਹਨੇ ਆ ਕੇ ਗੱਲ ਵੀ ਉਹੀ ਕਹੀ ਪਰਮੇਸ਼ਵਰ ਨੇ। ਦੇਖੋ ਇੱਥੇ ਕੀ ਲਿਖਿਆ, दोबारा तो पढ़ूंगी फॉर ਤੁਹਾਡੀ क्लैरिटी ਲਈ। परंतु बारहों में से एक अर्थात थोमा जो दिदुमुस कहलाता है, जब यीशु आया तो उनके साथ ना था। जब अन्य चेले उससे कहने लगे हमने प्रभु को देखा है, तब उसने उनसे कहा जब तक मैं उसके हाथों में कीलों के छेद ना देख लूं और कीलों के छेदों में अपनी उंगली ना डाल लूं और उसके पंजर में अपना हाथ ना डाल लूं, तब तक मैं विश्वास नहीं करूंगा। चेलियां ਨੂੰ ਕਹਿੰਦਾ ਪਿਆ ਇੰਨੀ ਗੱਲ। आगे देखो, 8 दिन के बाद उसके चेले फिर घर के भीतर थे और थोमा उनके साथ था और द्वार बंद थे, दरवाजे सारे बंद सीगे घर दे। तब यीशु आया और उनके बीच में खड़े होकर कहा। अगर वो गॉड आ ताइयों तो उन्होंने विच आ गए, सारे दरवाजे बंद सी, की परमेश्वर ने आके दरवाजा थोड़ी खड़काया मैं आ गया दरवाजा खोलो। नो, वो डायरैक्ट परमेश्वर डायरैक्ट उन्होंने सामने आके खड़े हो गए ते कहंदे कि तुम्हें शांति मिले। तब उसने, उन्होंने किसी नाल गल नहीं की, उन्होंने डायरैक्ट थोमा नूं कहा, थोमा से कहा अपनी उंगली यहाँ लाकर मेरे हाथों को देख और अपना हाथ लाकर मेरे पंजर में डाल और अविश्वासी नहीं परंतु विश्वासी हो। ये सुन थोमा ने उत्तर दिया, हे मेरे प्रभु, हे मेरे परमेश्वर। यीशु ने उससे कहा तूने मुझे देखा है क्या इसलिए विश्वास किया है? कि तू अज मैनू वेख लिया, अज तू मेरे हथ दे ते छेद दे विच उंगली पा के देख लिया, अज तू मैनू सामने देख लिया, अज मैं तेरे सामने प्रगट हो गया तां तू विश्वास कर रहा है। धन ने वो लोग जिन्होंने मैनू नहीं देखा लेकिन फिर भी वो की करते ने, विश्वास करते ने। असी ब्लैसड लोग हाँ, असी धन लोग हाँ कि असी परमेश्वर ते विश्वास करते हाँ। परमेश्वर यही तुहाडा विश्वास देखना चाहता है। इसलिए परमेश्वर तुहानू भी इस थोमा दे राही कहंदा अविश्वासी नहीं विश्वासी बनो। अगर तुसी सचमुच बहुत ज्यादा परमेश्वर ते विश्वास करते हो, जिद्दां दे हालात मर्जी होण, ब्लैसिंग मिले ना मिले, कुछ भी हो जावे मेरी जिंदगी च, अगे वधा, जिथे मर्जी जावां, लेकिन मेरा परमेश्वर जिंदा परमेश्वर है। वो हर कुछ सब कुछ करन दी ताकत रखदा है, वो मैनू खड़ा करन दी ताकत रखदा, वो मेरी मरियां हुई चीज़ां नू जिंदा करन दी ताकत रखदा है, क्योंकि वो आप ही लिविंग गॉड आ, आप ही जीवित परमेश्वर आ। तो तुसी विश्वासी बन सकते हो, फिर अविश्वासी नहीं। सो डाउट ना करो। ਇਹ ਡਾਊਟ ਕਰ ਰਿਹਾ ਸੀਗਾ, ਇਹ ਸ਼ੱਕੀ ਚੇਲਾ ਸੀਗਾ। ਤੁਸੀਂ ਵੀ ਇਹ ਚੇਲੇ ਵਰਗੇ ਪਰਮੇਸ਼ਰ ਇਹੋ ਜਿਹੇ ਚੇਲੇ ਨਹੀਂ ਚਾਹੁੰਦਾ। ਇੰਨੇ ਸਾਲ ਉਹਦੇ ਨਾਲ ਰਹਿ ਕੇ, ਉਹਦੀਆਂ ਗੱਲਾਂ ਸੁਣ ਕੇ, ਉਹਦੇ ਨਾਲ ਕੰਮ ਕਰਕੇ, ਚਮਤਕਾਰ ਦੇਖ ਕੇ ਪਰਮੇਸ਼ਰ ਉਦੋਂ ਵੀ ਕਹਿੰਦੇ ਸੀਗੇ ਦ੍ਰਿਸ਼ਟਾਂਤਾਂ ਦੇ ਵਿੱਚ ਕਿ ਮੈਂ ਸਲੀਬ ਤੇ ਚੜਾਇਆ ਜਾਣਾ ਤੇ ਤੀਸਰੇ ਦਿਨ ਫਿਰ ਮੈਂ ਜਿੰਦਾ ਹੋ ਜਾਣਾ। ਪਰਮੇਸ਼ਰ ਦ੍ਰਿਸ਼ਟਾਂਤਾਂ ਦੇ ਰਾਹੀਂ ਗੱਲਾਂ ਕਰਦੇ ਹੁੰਦੇ ਤੇ ਚੇਲੇ ਪੁੱਛਦੇ ਤੁਸੀਂ ਕੀ ਕਹਿੰਦੇ ਹੋ, ਕੀ ਕੀ ਰਾਜ ਹੈਗਾ ਇਸ ਗੱਲਾਂ ਦਾ? ਉਹਨੂੰ ਫਿਰ ਵੀ ਸਮਝ ਨਹੀਂ ਆਈ, ਫਿਰ ਵੀ ਸਮਝ ਨਹੀਂ ਆਈ। ਅੱਜ ਤੁਸੀਂ ਤੇ ਮੈਂ ਪਰਮੇਸ਼ਰ ਨੂੰ ਨਾ ਪਰਖੀਏ ਕਿ ਪਰਮੇਸ਼ਰ ਜੇ ਤੂੰ ਸੱਚੀ ਮੁੱਚੀ ਆ ਜਾਵੇਂ ਮੇਰੇ ਕੋਲ, ਸੱਚੀ ਮੁੱਚੀ ਮੈਨੂੰ ਇਹ ਬਰਕਤ ਦੇਵੇਂ ਤੇ ਮੈਂ ਮੰਨ ਲਾਂਗੀ ਤੂੰ ਪਰਮੇਸ਼ਰ ਹੈ। ਨੋ, ਇਟਸ ਅ ਰੋਂਗ, ਇਹ ਰੋਂਗ ਆ। ਏਦਾਂ ਨਹੀਂ ਅਸੀਂ ਪਰਮੇਸ਼ਰ ਨੂੰ ਕਹਿ ਸਕਦੇ। ਇਹ ਤਾਂ ਫਿਰ ਅਸੀਂ ਪਰਮੇਸ਼ਰ ਨੂੰ ਸ਼ਰਤ ਕਰਦੇ ਪਏ ਹਾਂ, ਕੰਡੀਸ਼ਨ ਦਿੰਦੇ ਪਏ ਹਾਂ ਕਿ ਪਰਮੇਸ਼ਰ ਜੇ ਤੂੰ ਇਹ ਕਰੇਂਗਾ ਤਾਂ ਮੈਂ ਤਾਂ ਹੀ ਤੈਨੂੰ ਮੰਨਣਾ। ਨੋ, ਏਦਾਂ ਨਹੀਂ। ਉਹ ਸਾਮਰਥੀ, ਉਹ ਸਵਰਗੇ ਪਿਤਾ ਹੈ, ਸਾਡਾ ਸਵਰਗੇ ਪਿਤਾ ਆਦਰ ਦੇ ਯੋਗੇ ਹੈ। ਉਹ ਦਿਲਾਂ ਨੂੰ ਜਾਣਦਾ ਹੈ ਕਿ ਤੁਹਾਡਾ ਵਿਸ਼ਵਾਸ ਕਿਸ ਤਰ੍ਹਾਂ ਦਾ ਹੈ, ਕਿ ਕਿੱਦਾਂ ਦਾ ਵਿਸ਼ਵਾਸ। ਮੇਰੇ ਪਿੱਛੇ ਬਹੁਤ ਸਾਰੇ ਲੋਕ ਅੰਧ ਵਿਸ਼ਵਾਸ ਆ ਪੁਰਾਣੇ
ਪਿਛੋਕੜ ਪਿੰਡਾਂ ਦੇ ਵਿੱਚ ਚਲੇ ਜਾਓ। ਮੈਂ ਵੀਡੀਓਜ਼ ਦੇਖੀਆਂ, ਵੀਡੀਓਜ਼ ਦੇ ਵਿੱਚ ਮੈਂ ਪਬਲਿਕਲੀ ਕਹਿਣਾ ਨਹੀਂ ਚਾਹੁੰਦੀ, ਬਹੁਤ ਸਾਰੇ ਲੋਕ ਜਾਣੀ ਜਾਣਾ ਦੇਖਦੇ ਆ, ਉਹਨਾਂ ਨੂੰ ਸਭ ਪਤਾ ਦੁਨੀਆ 'ਚ ਰਹਿ ਕੇ ਕਿੱਥੇ ਕੀ ਹੋ ਰਿਹਾ, ਔਰ ਸਾਫ਼ ਪਤਾ ਲੱਗਦਾ। ਅੱਜ ਕੱਲ੍ਹ ਦੀ ਦੁਨੀਆ ਨੂੰ ਤਾਂ ਸਾਫ਼ ਪਤਾ ਲੱਗ ਜਾਂਦਾ ਅੰਧ ਵਿਸ਼ਵਾਸ ਕਿਹੜਾ, ਗਲਤ ਕੰਮ ਕਿਹੜਾ, ਚੰਗਾ ਕੰਮ ਕਿਹੜਾ। ਲੋਕ ਬਹੁਤ ਸਿਆਣੇ ਆ ਉੱਥੇ। ਕੀ ਲੋਕ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਪਰਮੇਸ਼ਰ ਆਪਣੇ ਦੇਵੀ ਦੇਵਤਿਆਂ ਨੂੰ ਪੂਜ ਰਹੇ, ਆਪਣੀ ਜਾਨ ਨੂੰ ਖਤਰੇ 'ਚ ਪਾ ਕੇ। ਕੀ ਸਾਡਾ ਪਰਮੇਸ਼ਰ ਏਦਾਂ ਕਹਿੰਦਾ ਕਿ ਤੂੰ ਆਪਣੀ ਜਾਨ ਦਾ ਨੁਕਸਾਨ ਕਰ ਲੈ, ਆਪ ਮੌਤ ਦੇ ਕੰਢੇ ਪਹੁੰਚ ਜਾ, ਪੂਰੀ ਤਰ੍ਹਾਂ ਨਾਲ ਡੈਡ ਹੋ ਜਾ, ਮੈਂ ਤਾਂ ਤੈਨੂੰ ਮਿਲੂੰਗਾ? ਨੋ, ਉਹਨੂੰ ਤੁਹਾਡੇ ਜੀਵਨ ਨਾਲ ਪਿਆਰ ਆ, ਉਹਨੂੰ ਤੁਹਾਡੀ ਲੋੜ ਆ, ਉਹਨੇ ਤੁਹਾਡੇ ਕੋਲ ਆਪਣੇ ਕੰਮ ਲੈਣੇ ਆ। ਅੱਜ ਮੈਂ ਕਿਤੇ ਗਈ ਸੀਗੀ ਤੇ ਉੱਥੇ ਮੈਂ ਗੱਲ ਕੀਤੀ, ਕਹਿੰਦੇ ਕਿ ਹੁਣ ਬਰਡ ਫਲੂ ਹੋ ਗਿਆ, ਪਹਿਲਾਂ ਕਰੋਨਾ ਵਾਇਰਸ ਸੀਗਾ, ਹੁਣ ਇਹ ਹੋ ਜਾਣਾ, ਪਤਾ ਨਹੀਂ ਦੁਨੀਆ ਨੇ ਕਿੱਦਾਂ ਮਰਨਾ ਕਿੱਦਾਂ ਜੀਣਾ। ਮੈਂ ਕਿਹਾ ਦੁਨੀਆ ਜਿੱਦਾਂ ਮਰਜ਼ੀ ਜੀਵੇ ਮਰੇ, ਮੈਨੂੰ ਪਤਾ ਹੈ ਅਸੀਂ ਇਸ ਬਿਮਾਰੀਆਂ ਦੇ ਵਿੱਚ ਨਹੀਂ ਪੈਣਾ, ਨਾ ਸਾਡੇ ਪਰਮੇਸ਼ਰ ਨੇ ਸਾਨੂੰ ਇਸ ਬਿਮਾਰੀ 'ਚ ਪੈਣ ਦੇਣਾ। ਅਸੀਂ ਲੰਬਾ ਜੀਵਨ ਜੀਣਾ, ਬਿਕੋਜ਼ ਉਹਨੂੰ ਸਾਡੀ ਲੋੜ ਆ। ਉਹ ਕੰਮ ਕਰਵਾ ਰਿਹਾ ਨਾ ਆਪਣਾ, ਉਹਨੇ ਆਪਣਾ ਕੰਮ ਕਰਵਾਉਣਾ ਹੈ। ਔਰ ਅਸੀਂ ਵਚਨ ਨੂੰ ਜਾਣ ਕੇ ਵੀ ਅਸੀਂ ਗਲਤ ਵਰਡ ਆਪਣੇ ਮੂੰਹ 'ਚ ਕਨਫੈਸ ਨਹੀਂ ਕਰ ਸਕਦੇ, ਔਰ ਅਸੀਂ ਡਰ ਵੀ ਨਹੀਂ ਸਕਦੇ। ਇਹ ਮਹਾਂਮਾਰੀਆਂ ਪਰਮੇਸ਼ਰ ਕਹਿੰਦਾ ਤੇਰੇ ਨੇੜੇ ਨਹੀਂ ਆਉਗੀਆਂ, ਇਹ ਮਹਾਂਮਾਰੀਆਂ ਤੇਰੇ ਨੇੜੇ ਨਹੀਂ ਆਉਗੀਆਂ। ਔਰ ਪਰਮੇਸ਼ਰ ਦਾ ਵਚਨ ਕਿਹਨਾਂ ਦੀ ਜ਼ਿੰਦਗੀ 'ਚ ਪੂਰਾ ਹੋਏਗਾ? ਜਿਹੜੇ ਉਹਦੇ ਰਾਹ ਤੇ ਚੱਲਦੇ ਹੈ, ਜਿਹੜਾ ਉਹਦਾ ਕੰਮ ਕਰਦੇ ਹੈ, ਜਿਹੜੇ ਉਸਨੂੰ ਪੁਕਾਰਦੇ ਆ। ਇਹ ਨਹੀਂ 2020 'ਚ ਮਹਾਂਮਾਰੀ ਆ ਗਈ ਔਰ ਪੁਕਾਰ ਲਿਆ, ਹੇ ਪ੍ਰਭੂ ਬਚਾ ਲਾ, ਹੇ ਪ੍ਰਭੂ ਬਚਾ ਲਾ, ਹੇ ਪ੍ਰਭੂ ਦਇਆ ਕਰਦੇ, ਇਹ ਮਹਾਂਮਾਰੀ ਆ ਗਈ ਕਿਤੇ ਸਾਨੂੰ ਨਾ ਕੁਛ ਹੋ ਜੇ। ਉਹ ਹਰ ਦਿਨ ਪੁਕਾਰਨ ਵਾਲਿਆਂ ਦੀ ਆਵਾਜ਼ ਨੂੰ ਸੁਣਦਾ ਹੈ। ਅਗਰ ਲੋੜ ਪੈਣ ਤੇ ਹੀ ਤੁਸੀਂ ਕਿਸੇ ਨੂੰ ਫੋਨ ਕਰੋਗੇ ਨਾ, ਲੋੜ ਪੈਣ ਤੇ ਹੀ ਕਿਸੇ ਨੂੰ ਬੁਲਾਓਗੇ, ਤਾਂ ਉਹ ਬੰਦਾ ਵੀ ਸਮਝ ਜਾਂਦਾ ਇਹਨੂੰ ਮੇਰੀ ਅੱਜ ਲੋੜ ਆ, ਇਹਨੇ ਮੈਨੂੰ ਅੱਜ ਮਹੀਨੇ ਬਾਅਦ, ਸਾਲ ਬਾਅਦ, 6 ਮਹੀਨੇ ਬਾਅਦ ਅੱਜ ਮੈਨੂੰ ਫੋਨ ਕੀਤਾ, ਜ਼ਰੂਰ ਇਹਨੇ ਕੋਈ ਭਸੂੜੀ ਪਾਣੀ, ਜ਼ਰੂਰ ਇਹਨੂੰ ਕੋਈ ਕੰਮ ਆ। ਲੋਕ ਵੀ ਸਮਝ ਲੈਂਦੇ ਆ। ਸੋ ਪਰਮੇਸ਼ਰ ਵੀ ਇਹੋ ਜਿਹੇ ਲੋਕਾਂ ਨੂੰ ਛੇਤੀ ਪੜ ਲੈਂਦਾ ਜਿਹਨੂੰ ਲੋੜ ਪੈਣ ਤੇ ਹੀ ਉਹ ਪੁਕਾਰਦੇ ਨੇ। ਉਹ ਕਹਿੰਦਾ ਮੇਰੇ ਨਾਲ ਡੇਲੀ ਸੰਗਤੀ ਕਰ, ਤੇ ਜਦ ਤੂੰ ਮੈਨੂੰ ਪੁਕਾਰੇ ਮੈਂ ਤੈਨੂੰ ਉੱਤਰ ਦਿਆਂਗਾ। ਜਦੋਂ ਤੂੰ ਮੈਨੂੰ ਪੁਕਾਰੇ ਮੈਂ ਤੈਨੂੰ ਕੀ ਦੇਵਾਂ? ਉੱਤਰ ਦੇਂਗਾ। ਉਹ ਸਾਲ 'ਚ ਸਿਰਫ ਵੱਡੇ ਦਿਨ ਤੇ ਕ੍ਰਿਸਮਸ ਜਾਣ ਵਾਲਿਆਂ ਨੂੰ ਨਹੀਂ ਇਹ ਗੱਲ ਕਹਿ ਰਿਹਾ ਕਿ ਤੂੰ ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦਿਆਂਗਾ। ਉਹ ਸਾਲ 'ਚ ਸਿਰਫ ਇੱਕ ਦਿਨ ਪ੍ਰਾਰਥਨਾ, ਇੱਕ ਦਿਨ ਪਰਮੇਸ਼ਰ ਦੇ ਘਰ ਜਾਣ ਵਾਲੇ ਬੰਦਿਆਂ ਨੂੰ ਨਹੀਂ ਇਹ ਗੱਲ ਕਹਿ ਰਿਹਾ ਕਿ ਤੂੰ ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦਿਆਂਗਾ। ਉਹ ਕਹਿੰਦਾ ਡੇਲੀ। ਉਹ ਦਾਊਦ ਦੇਖੋ, ਉਹ ਕਹਿੰਦਾ ਮੈਂ 7 ਵਾਰੀ ਪ੍ਰਾਰਥਨਾ ਕਰਦਾ। ਦਾਨੀਅਲ ਦੇਖੋ, ਪਰਮੇਸ਼ਵਰ ਦਾ ਐਡਾ ਵੱਡਾ ਦਾਸ, ਆਤਮਾ ਪਾਇਆ ਹੋਇਆ ਪਰਮੇਸ਼ਰ ਦਾ, ਕਹਿੰਦਾ ਮੈਂ ਦਿਨ 'ਚ 3 ਵਾਰੀ ਪ੍ਰਾਰਥਨਾ ਕਰਦਾ। ਤਾਂ ਤੁਸੀਂ ਕੀ ਚੀਜ਼ ਹੋ, ਮੈਂ ਕੀ ਉਹਨਾਂ ਦੇ ਸਾਹਮਣੇ ਅਸੀਂ ਕੀ ਚੀਜ਼ ਆ? ਐਵੇਂ ਥਣੀ ਉਹ ਰਾਜੇ ਬਣ ਗਏ, ਐਵੇਂ ਨਹੀਂ। ਉਹ ਰਾਜਿਆਂ ਵਾਲੀ ਜ਼ਿੰਦਗੀ, ਇੰਨਾ ਸ਼ੋਹਰਤ, ਸਭ ਕੁਝ ਪਰਮੇਸ਼ਰ ਨੇ ਦਿੱਤਾ, ਹਰ ਇੱਕ ਲੜਾਈ ਦਾਊਦ ਨੇ ਜਿੱਤ ਲਈ, ਬਿਕੋਜ਼ ਉਹ ਪ੍ਰਾਰਥਨਾ ਦੇ ਵਿੱਚ ਸੀਗਾ। ਪਰਮੇਸ਼ਰ ਨੂੰ ਪੁੱਛ ਕੇ ਜਾਂਦਾ ਸੀ, ਜਿੱਥੇ ਜਾਂਦਾ ਸੀ ਆਪਣੇ ਡਿਸੀਜਨ ਏਦਾਂ ਹੀ ਨਹੀਂ ਲੈ ਲੈਂਦੇ ਸੀ, ਪਰਮੇਸ਼ਰ ਨੂੰ ਪੁੱਛ ਕੇ ਡਿਸੀਜਨ ਲੈਂਦੇ ਸੀ। ਹਾਲੇਲੂਇਆ। ਅੱਜ ਥੋਮੇ ਵਰਗੇ ਨਾ ਬਣੋ, ਅਵਿਸ਼ਵਾਸੀ ਨਾ ਬਣੋ, ਵਿਸ਼ਵਾਸ ਕਰੋ, ਪਰਮੇਸ਼ਵਰ ਤੇ ਨਿਹਚਾ ਕਰੋ, ਤਾਈਓ ਬਚਾਏ ਜਾਓਗੇ। ਵਿਸ਼ਵਾਸ ਕਰਨ ਵਾਲਿਆਂ ਲਈ ਉਹ ਸਭ ਕੁਝ ਕਰ ਸਕਦਾ ਹੈ, ਬਿਕੋਜ਼ ਉਹ ਜਾਣਦਾ ਹੈ ਕਿ ਇਹ ਮੇਰੇ ਤੇ ਵਿਸ਼ਵਾਸ ਕਰਦਾ ਹੈ, ਮੈਂ ਇਸ ਨੂੰ ਬਚਾ ਕੇ ਰੱਖਾਂਗਾ। ਹਾਲੇਲੂਇਆ। ਪਰਮੇਸ਼ਰ ਨੇ ਸਾਨੂੰ ਇੰਨਾ ਪਿਆਰ ਕੀਤਾ ਹੈ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਕਿ ਜੋ ਕੋਈ ਉਹਦੇ ਉੱਤੇ, ਯੂਹੰਨਾ 3:16 'ਚ ਪੜੋ, ਜੋ ਕੋਈ ਉਹਦੇ ਉੱਤੇ ਵਿਸ਼ਵਾਸ ਕਰੇ ਨਾਸ਼ ਨਾ ਹੋਏ ਬਲਕਿ ਅਨੰਤ ਜੀਵਨ ਪਾਏ। ਹਾਲੇਲੂਇਆ। ਪੜ੍ਹ ਦੇਣੀ, ਤੁਹਾਨੂੰ ਪੜ੍ਹ ਕੇ ਸੁਣਾ ਦੇਣੀ, ਯੂਹੰਨਾ 3:16। क्योंकि परमेश्वर ने जगत से ऐसा प्रेम रखा कि उसने अपना इकलौता पुत्र दे दिया, ताकि जो कोई उस पर विश्वास करे वह नष्ट ना हो परंतु अनंत जीवन पाए। सो बिलीव ऑन हिम। अगर तुसी विश्वास करोगे तो कदी नाश नहीं होवोगे, अनंत जीवन पाओगे। वचन कह रहा, ਉਹਦਾ ਵਾਅਦਾ ਹੈ, ਉਹ ਬੋਲ ਰਿਹਾ, ਉਹਦਾ ਵਚਨ ਹਰ ਇੱਕ ਸੱਚਾ। ਆइए ਅਸੀਂ ਲਾਸਟ ਪ੍ਰਾਰਥਨਾ ਕਰਾਂਗੇ। ਇਸ ਪ੍ਰਾਰਥਨਾ ਨੂੰ ਰਿਸੀਵ ਕਰੋ, ਇਹਨਾਂ ਵਚਨਾਂ ਨੂੰ ਆਪਣੇ ਹਿਰਦੇ 'ਚ ਬਿਠਾਓ, ਔਰ ਅੱਜ ਤੋਂ ਹੀ ਸ਼ੱਕ ਆਪਣੀ ਜ਼ਿੰਦਗੀਆਂ 'ਚ ਦੂਰ ਕਰੋ ਕਿ ਸੱਚੀ ਪਰਮੇਸ਼ਵਰ ਹੈ, ਕਿ ਸੱਚੀ ਚਮਤਕਾਰ ਕਰਦਾ ਹੈ। ਏਦਾਂ ਨਾ ਕਰੋ, ਉਹ ਰੇਲੀ ਕਰਦਾ ਹੈ, ਬਹੁਤ ਚਮਤਕਾਰ ਕਰਦਾ। ਉਹ ਪੜ੍ਹ ਕੇ ਦੇਖਿਓ, ਅੱਜ ਨਹੀਂ, ਸ਼ੁਰੂ ਤੋਂ ਹੀ ਪਰਮੇਸ਼ਵਰ ਚਮਤਕਾਰੀ ਸੀ। ਆਈਏ ਆਪਣੇ ਮਿਰਕਲ ਦੀ ਵੇਟ ਕਰੀਏ, ਆਪਣੇ ਮਿਰਕਲ ਨੂੰ ਪੁਕਾਰੀਏ, ਆਪਣੇ ਆਸ-ਪਾਸ ਹਰ ਇੱਕ ਬੰਧਨ ਨੂੰ, ਡਿਸਟਰੈਕਸ਼ਨ ਨੂੰ, ਸ਼ੈਤਾਨ ਦੇ ਕੰਮਾਂ ਨੂੰ ਖਤਮ ਕਰੋ,
ਤਾਂ ਕਿ ਪਰਮੇਸ਼ਰ ਤੁਹਾਡੀ ਜ਼ਿੰਦਗੀਆਂ 'ਚ ਕਾਰਜ ਕਰੇ। ਹਾਲੇਲੂਇਆ, ਗਲੋਰੀ ਟੂ ਗॉड। ਪਿਤਾ ਤੇਰਾ ਧੰਨਵਾਦ ਕਰਦੇ ਹੋ ਮੇਰੇ ਸਾਮਰਥੀ ਪਰਮੇਸ਼ਰ, ਜ਼ਿੰਦਾ ਪਰਮੇਸ਼ਰ, ਦਿਆਲੂ ਪਰਮੇਸ਼ਰ, ਕਿਰਪਾਲੂ ਪਰਮੇਸ਼ਰ। ਪਿਤਾ ਦਇਆਵਾਨ ਪਰਮੇਸ਼ਰ, ਇਹਨਾਂ ਲੋਕਾਂ ਤੇ ਦਇਆ ਕਰ ਪਿਤਾ, ਇਹਨਾਂ ਸਭ ਦੀਆਂ ਆਸਾਂ ਮੁਰਾਦਾਂ ਨੂੰ ਪੂਰਾ ਕਰ ਪਿਤਾ, ਇਹਨਾਂ ਨੂੰ ਵਿਸ਼ਵਾਸੀ ਬਣਾ, ਆਪਣੇ ਇਹਨਾਂ ਦਾ ਹਿਰਦੇ ਮਨ ਇਸ ਤਰ੍ਹਾਂ ਦਾ ਕਰਦੇ ਪਿਤਾ, ਤਾਂ ਜੋ ਤੇਰੇ ਤੇ ਵਿਸ਼ਵਾਸ ਕਰ ਪਾਣ, ਅੰਧਕਾਰ ਚੋਂ ਨਿਕਲ ਕੇ ਜੋਤੀ ਚ ਆ ਜਾਣ, ਕਿਉਂਕਿ ਸੱਚੀ ਜੋਤੀ ਤੂੰ ਹੈ ਪਿਤਾ ਪਰਮੇਸ਼ਵਰ, ਸੱਚਾ ਚਾਨਣ ਤੂੰ ਹੈ, ਜਗਤ ਦਾ ਚਾਨਣ ਪਿਤਾ ਪਰਮੇਸ਼ਵਰ। ਖੁਦਾਵੰਦ ਤੇਰੇ ਤੋਂ ਬਿਨਾਂ ਅੰਧਕਾਰ ਹੈ, ਸਿਰਫ ਤੇਰੇ ਅੰਦਰ ਹੀ ਚਾਨਣ ਹੈ ਪਿਤਾ। ਉਸ ਚਾਨਣ ਨੂੰ ਅਸੀਂ ਰਿਸੀਵ ਕਰ ਲਿਆ, ਔਰ ਇਹਨਾਂ ਨੂੰ ਵੀ ਪ੍ਰਭੂ ਰਿਸੀਵ ਕਰਨ ਵਾਲਾ ਆਤਮਾ ਦੇ, ਅੱਖਾਂ ਨੂੰ ਖੋਲ, ਬੰਦ ਅੱਖਾਂ ਨੂੰ ਖੋਲ, ਆਤਮਿਕ ਅੱਖਾਂ ਦੇ, ਅੰਦਰੂਨੀ ਅੱਖਾਂ ਦੇ, ਤਾਂ ਕਿ ਤੈਨੂੰ ਜਾਣ ਸਕਣ, ਪਹਿਚਾਨ ਸਕਣ, ਔਰ ਪਿਤਾ ਪਰਮੇਸ਼ਰ ਕਹਿ ਸਕਣ ਕਿ ਯੈਸ ਯੂ ਆਰ ਅ ਲਿਵਿੰਗ ਗੋਡ, ਯੈਸ ਯੂ ਆਰ ਅ ਸੋ ਗੁੱਡ ਗੋਡ। ਤੇਰਾ ਪ੍ਰਭੂ ਤੇਰੇ ਵਚਨ ਚ ਲਿਖਿਆ, ਚੱਖ ਕੇ ਤੇ ਪਰਖ ਕੇ ਦੇਖ ਮੈਂ ਕਿੰਨਾ ਭਲਾ ਪਰਮੇਸ਼ਰ ਆ। ਯੈਸ ਯੂ ਆਰ ਅ ਸੋ ਗੁੱਡ ਗੋਡ। ਪ੍ਰਭੂ ਜੀ ਤੂੰ ਸੱਚੀ ਭਲਾ ਪਰਮੇਸ਼ਰ ਹੈ, ਜੋ ਆਪਣੇ ਬੱਚਿਆਂ ਤੇ ਦਇਆ ਕਰਦਾ, ਆਪਣੇ ਬੱਚਿਆਂ ਤੇ ਤਰਸ ਖਾਨਾ। ਪ੍ਰਭੂ ਇਹਨਾਂ ਤੇ ਵੀ ਤਰਸ ਖਾ ਲੈ ਅੱਜ ਪਿਤਾ, ਤੈਨੂੰ ਜਾਣ ਲੈਣ, ਪਹਿਚਾਨ ਲੈਣ ਕਿ ਸੱਚਮੁੱਚ ਤੂੰ ਇਹਨਾਂ ਦੀ ਖਾਤਰ, ਮੇਰੀ ਖਾਤਰ ਜਾਨ ਦਿੱਤੀ ਹੈ ਸਲੀਬ ਦੇ ਉੱਤੇ, ਔਰ ਮਰ ਕੇ ਸਾਡੇ ਲਈ ਤੂੰ ਜੀ ਉਠਿਆ, ਔਰ ਅੱਜ ਵੀ ਤੂੰ ਜਿੰਦਾ ਹੈ। ਅਗਰ ਅਸੀਂ ਤੇਰੇ ਕੋਲ ਪ੍ਰਾਰਥਨਾ ਕਰਦੇ ਹਾਂ ਤੇ ਜਿੰਦੇ ਪਰਮੇਸ਼ਰ ਤੋਂ ਪ੍ਰਾਰਥਨਾ ਕਰਦੇ ਹਾਂ, ਜੋ ਸੁਣਦਾ ਹੈ, ਜੋ ਸੁਣਦਾ ਹੈ, ਦੇਖਦਾ ਹੈ, ਔਰ ਜੋ ਚਮਤਕਾਰ ਕਰਦਾ ਹੈ। ਪਿਤਾ ਤੇਰਾ ਧੰਨਵਾਦ ਕਰਦੇ, ਤੇਰੀ ਤਾਰੀਫ ਕਰਦੇ, ਬਾਕੀ ਦਾ ਸਮਾਂ ਤੇਰੇ ਹੱਥਾਂ ਵਿੱਚ ਸੌਂਪਦੇ ਨੇ, ਯੀਸ਼ੂ ਮਸੀਹ ਨਾਮ ਚ ਮੰਗਦੇ, ਹਾਲੇਲੂਇਆ, ਆਮੀਨ। ਥੈਂਕ ਯੂ ਜੀਸਸ, ਗੋਡ ਬਲੈਸ ਯੂ ਆਲ।